पंजाब दे फाइनल एग्जाम्स तो बाद हुण रिजल्ट्स दी वेट है तो रिजल्ट्स तो पहला किते ना किते शशो पंच पंजाब दे लोग नज़र आ रहे हैं कि किहड़ी सरकार बनूगी। साडे नाल मौजूद ने रजिंदर कौर पठल जी। मैम की लगदा तुहानूं कि सरकार किहदी बनूगी, क्योंकि लोग भी शशो पंच है, तुहानूं की लगदा है, की एक्सपैक्टेशन है कि पंजाब दे विच सरकार कौन बनाऊगा इस बारी? देखो इस बार जी इलैक्शन हुई है वो मेरे ख्याल 50 सालों तो बाद इस तरह की कन्फ्यूज इलैक्शन है जिहदे च सारे ही ਜਿਹੜੇ ਅਸੈਸਮੈਂਟਾਂ ਕਰਨ ਵਾਲੇ ਹੈ ਉਹ ਦੋ ਚਿੱਤੀ ਵਿੱਚ ਹੈ, ਕਲੈਰਿਟੀ ਕਿਸੇ ਕੋਲ ਜੇ ਹੈ ਨਹੀਂ। ਇਹ ਤਾਂ ਠੀਕ ਹੈ ਕਿ ਇਲੈਕਸ਼ਨ ਹੀ ਹੁੰਦੀ ਹੈ, ਹਮੇਸ਼ਾ ਹੀ ਜੀ ਹੁੰਦੀ ਹੈ, 19 ਦਾ ਫਰਕ ਹੁੰਦਾ ਹੈ। ਲੇਕਿਨ ਐਕੀਆਂ ਜਿਹੜੇ ਹੈਗੇ ਕਿ ਸਿਚੁਏਸ਼ਨਾਂ ਇਹੋ ਜਿਹੀਆਂ ਵਿੱਚ ਉਹਦੇ ਐਡ ਹੋ ਗਈਆਂ ਤੇ ਇੱਕ ਤਾਂ ਕਰੈਕਟਰ ਆਪਾਂ ਨੂੰ ਪਤਾ ਕਿ ਡੇ ਬਾਈ ਡੇ ਸਾਡਾ ਸੋਸ਼ਲ ਕਰੈਕਟਰ, ਪੋਲੀਟੀਕਲ ਕਰੈਕਟਰ, ਸਾਰੇ ਕਰੈਕਟਰ ਡਾਊਨ ਜਾਂਦੇ ਹੈ ਤੇ ਉਹ ਪੁਰਾਣਿਆਂ ਜ਼ਮਾਨੇ ਵਾਲੀ ਕਮਿਟਮੈਂਟਾਂ ਨਹੀਂ ਰਹੀਆਂ, ਉਸ ਵਕਤ ਵਾਲੇ ਜੋ ਵੀ ਸਾਂਝਾਂ ਹੁੰਦੀਆਂ ਉਹ ਨਹੀਂ ਰਹੀਆਂ। ਉਸ ਵੇਲੇ ਤਾਂ ਇੱਕ ਪਰਿਵਾਰਾਂ ਦੇ ਵਿੱਚ ਕੋਈ ਇੱਕ ਆ ਜਾਂਦਾ ਸਾਰਾ ਟੱਬਰ ਸਮਝਦਾ ਸਾਡੇ ਘਰ 'ਚ ਆ ਗਿਆ, ਲੇਕਿਨ ਅੱਜ ਕੱਲ੍ਹ ਹਰ ਪਰਿਵਾਰ ਦੇ ਵਿੱਚ ਆਪੋ ਆਪਣੀ ਓਪੀਨੀਅਨ ਰੱਖਣ ਵਾਲੇ ਜਿਹੜੇ ਹੈਗੇ ਨੇ ਆ ਗਏ ਆ। ਇਸ ਕਰਕੇ ਦੂਜੀ ਚੀਜ਼ ਇਹ ਆ ਗਈ ਹੈ ਕਿ ਜਿਹੜੀ ਸਰਕਾਰ ਭਾਰਤ ਦੇ ਵਿੱਚ ਜਿਹਦੇ ਅੰਡਰ ਸਾਰੀਆਂ ਇਲੈਕਸ਼ਨਾਂ ਹੋ ਰਹੀਆਂ ਪੰਜਾਬ ਜਾਂ ਹੋਰ ਸੂਬਿਆਂ ਦੀਆਂ, ਇਹ ਪਿਛਲੀ ਵਾਰ ਤੋਂ ਹੀ ਮੈਂ ਦੇਖ ਰਹੀ ਹਾਂ ਕਿ ਜਿਹੜੀ 14 'ਚ ਹੋਈ ਹੈ ਪਾਰਲੀਮੈਂਟ, ਉਸ ਵੇਲੇ ਤੋਂ ਲੈ ਕੇ ਹੀ ਇਹਨਾਂ ਨੇ ਥੋੜਾ ਆਪਦੀ ਤਾਕਤ ਨੂੰ ਮਿਸਯੂਜ਼ ਕੀਤਾ ਹੈ, ਡਿਕਟੇਟਰਾਂ ਤਰੀਕੇ ਨਾਲ ਚਲਾਇਆ ਹੈ। ਸਾਰੇ ਜਿਹੜੇ ਆਪਣੀ ਪਾਵਰ ਗੇਨ ਕਰਨ ਵਾਸਤੇ ਸਾਧਨ ਚਾਹੀਦੇ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਜਬੂਰ ਕਰਕੇ, ਕੰਪੈਲ ਕਰਕੇ ਜਾਂ ਉਹਦਾ ਪ੍ਰੈਸ਼ਰਾਈਜ਼ ਕਰਕੇ ਇਹ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੇ ਸਾਰਾ ਕੁਝ ਯੂਟਿਲਾਈਜ਼ ਕੀਤਾ ਹੈ। ਡਿਊ ਟੂ ਥੀਸ ਰੀਜ਼ਨਸ, ਇਹੋ ਜਿਹੇ ਕਾਰਨਾਂ ਕਰਕੇ ਅੱਜ ਇਲੈਕਸ਼ਨ ਜਿਹੜੀ ਹੈਗੀ ਉਹ ਕਨਫਿਊਜ਼ਨ 'ਚ ਹੈ। ਮੈਂ ਦੋ ਵੱਡੇ ਫੈਕਟਰਾਂ ਦੀ ਗੱਲ ਕਰਦੀ ਹਾਂ। ਇੱਕ ਤਾਂ ਚਲੋ ਇੰਨਾ ਪੈਸਾ ਅਸੀਂ ਨਹੀਂ ਦੇਖਿਆ ਕਿਤੇ, ਹਾਲਾਂਕਿ ਅਸੀਂ ਤਾਂ ਹਾਂ ਨਹੀਂ, ਨਾ ਸਾਡੇ ਕੋਲ ਪੈਸੇ ਹੈ, ਬਹੁਤ ਸਾਰੇ ਲੋਕ ਸਾਡੇ ਵਰਗੇ ਹੋਰ ਵੀ ਹੋਣਗੇ ਜਿਨ੍ਹਾਂ ਕੋਲ ਇਸ ਤਰ੍ਹਾਂ ਦਾ ਪੈਸਾ ਨਾ ਉਹਨਾਂ ਨੇ ਹਰਾਮ ਦਾ ਬਣਾਇਆ ਤੇ ਨਾ ਉਹ ਹਰਾਮ ਦਾ ਦੇ ਸਕਦੇ ਆ। ਐਕੀ ਜਿਹੜੀ ਇਲੈਕਸ਼ਨ ਹੈਗੀ ਇਹਦੇ ਵਿੱਚ ਪੈਸਿਆਂ ਦੇ ਮੀਂਹ ਵਰਸੇ ਹੈ, ਲੋਕ ਕਹਿੰਦੇ ਆ ਕਿ ਮੀਂਹ ਵਰਸੇ ਹੈ, ਲੋਕਾਂ ਨੇ ਪੈਸੇ ਕਮਾਏ ਤੇ ਪੈਸਿਆਂ ਦੀ ਜਿੱਤ ਹਾਰ ਹੈਗੀ ਹੈ ਤੇ ਜਿਹੜੀ ਹੈਗੀ ਹੈ ਵੋਟਰਾਂ ਦੇ ਮਜਬੂਰੀ ਤੇ ਗਰੀਬੀਆਂ ਨੂੰ ਖਰੀਦਣਾ ਇਹ ਵੱਧਦਾ ਹੀ ਤੁਰਿਆ ਗਿਆ ਹੈ। ਕਿਹੜੀ ਪਾਰਟੀ ਵੱਲ ਦਰਸਾ ਰਹੇ ਹੋ ਤੁਸੀਂ? ਕਿਹੜੀ ਪਾਰਟੀ ਨੂੰ ਤੁਹਾਨੂੰ ਲੱਗਦਾ ਕਿ ਵੋਟ ਖਰੀਦਣ ਦੀ ਕੋਸ਼ਿਸ਼ ਕੀਤੀ ਹੈ? ਦੇਖੋ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਸੁਣਦੇ ਹੁੰਦੇ ਸੀ ਗੱਲਾਂ ਕਿ ਜੀ ਉਧਰ ਗਿੱਦੜਬਾਹੇ ਵਾਲੇ ਬਾਦਲਾਂ ਪਰਿਵਾਰ ਤੇ ਸਾਡਾ ਹਰਚਰਨ ਸਿੰਘ ਬਰਾੜ, ਇਹ ਦੋ ਪਰਿਵਾਰਾਂ ਦਾ ਹੁੰਦਾ ਕਿ ਇਹਨਾਂ ਦੇ ਉਸ ਦੋ ਹਲਕਿਆਂ ਚੱਲਦੇ ਆ। ਜਦੋਂ ਗਿੱਦੜਬਾਹੇ ਦੀ ਇਲੈਕਸ਼ਨ ਹੋਈ ਅਸੀਂ ਉੱਥੇ ਗਏ ਆ, ਉਸ ਵੇਲੇ ਸਾਨੂੰ ਇਹ ਪਤਾ ਲੱਗਿਆ ਕਿ ਉਹ ਵੀ ਉਸੇ ਏਰੀਏ 'ਚ ਹੀ ਆ ਜਾਂਦੇ ਆ ਕਿ ਜੀ ਇੱਥੇ ਆਪੋ ਆਪਣੇ ਵੋਟਰ ਵੱਜੇ ਹੁੰਦੇ ਆ ਤੇ ਉਹ ਆਪੋ ਆਪਣੀ ਪਾਰਟੀ ਨਹੀਂ ਪਾਉਂਦੇ ਆ, ਲੇਕਿਨ ਉਹ ਮਦਦ ਲੈਂਦੇ ਆ ਸਭ ਤੋਂ। ਤੇ ਸਾਨੂੰ ਇਹ ਗੱਲ ਬੜੀ ਅਜੀਬ ਲੱਗੀ ਸੀ। ਸਾਰਾ ਪੰਜਾਬ ਉੱਥੇ ਗਿਆ ਵਾ ਸੀ, ਡਿਊਟੀਆਂ ਲੱਗੀਆਂ ਸੀਗੀਆਂ, ਸਾਨੂੰ ਉਦੋਂ ਹੀ ਡਰ ਲੱਗਦਾ ਸੀ ਕਿ ਬਿਮਾਰੀ ਕਿਤੇ ਪੰਜਾਬ 'ਚ ਨਾ ਫੈਲ ਜਾਏ। ਤੇ ਜਿਹੜਾ ਅੱਜ ਉਹ ਸੱਚਮੁੱਚ ਬਿਮਾਰੀ ਸਾਰੀ ਪੰਜਾਬ 'ਚ ਹੀ ਫੈਲ ਗਈ ਹੈ। ਪੈਸਾ ਬਣਾਉਣਾ ਤੇ ਪੈਸਾ ਲਾਉਣਾ, ਇਹਨੂੰ ਜਿਹੜੀ ਇਲੈਕਸ਼ਨ ਹੈ ਜਾਂ ਜਿਹੜੀ ਸਰਕਾਰ ਹੈ ਜਾਂ ਇਹਨੂੰ ਸਾਰਿਆਂ ਨੂੰ ਆਪਾਂ ਇਹ ਕਮਰਸ਼ਲਾਈਜ਼ ਕਰਕੇ ਵਪਾਰੀਕਰਨ ਜਿਹਾ ਹੋ ਗਿਆ ਇਹਦਾ ਅੰਦਾਜ਼ਾ ਲਾਉਣਾ ਬੜਾ ਔਖਾ ਹੁੰਦਾ ਹੈ ਕਿ ਕਿਉਂਕਿ ਲੋਕਾਂ ਦੀ ਡੇ ਬਾਈ ਡੇ ਲੋਕ ਸੁਚੇਤ ਵੀ ਬਹੁਤ ਹੁੰਦੇ ਜਾ ਰਹੇ ਆ। ਉਹ ਇਹ ਸਮਝਦੇ ਆ ਕਿ ਸਾਡੀ ਗਰੀਬੀ ਜਾਂ ਸਾਡੀ ਮਜਬੂਰੀ ਕੋਈ ਖਰੀਦ ਰਿਹਾ ਤੇ ਕਈ ਵਾਰੀ ਉਹ ਆਪਦੇ ਬੱਸ 'ਚ ਉਹਨਾਂ ਤੇ ਪੈ ਜਾਂਦੇ ਆ, ਪਰ ਵੋਟ ਫਿਰ ਉਹ ਆਪਣੀ ਮਰਜ਼ੀ ਨਾਲ ਪਾਉਂਦੇ ਨੇ। ਇੱਕ ਤਾਂ ਇਹ ਕਨਫਿਊਜ਼ਨ ਹੈ ਕਿ ਕੀ ਪੈਸੇ ਲੈ ਕੇ ਵੀ ਕਿਸੇ ਨੇ ਵੋਟ ਪਾਈ ਹੈ ਜਾਂ ਨਹੀਂ ਪਾਈ। ਸਾਰਿਆਂ ਨੇ ਨਹੀਂ ਪੈਸੇ ਲਏ, ਸਾਰੇ ਪੈਸੇ ਲੈਣਾ ਚਾਹੁੰਦੇ ਵੀ ਨਹੀਂ ਹੈ। ਇਹ ਤਾਂ ਮੱਲੋ ਮੱਲੀ ਸਾਨੂੰ ਨਹੀਂ ਪਤਾ ਵੀ ਇਹ ਪ੍ਰਚਾਰ ਹੈ ਕਿ ਇਹ ਦਿੱਤੇ ਵੀ ਹੈ ਜਾਂ ਹੋਏ ਵੀ ਹੈ ਜਾਂ ਲਏ ਵੀ ਹੈ, ਮੈਨੂੰ ਨਹੀਂ ਪਤਾ ਇਸ ਗੱਲ ਦਾ। ਜਿਹੜੀ ਪੈਸੇ ਦੀ ਹੇਰ ਫੇਰ ਹੈ ਮੈਡਮ, ਕੀ ਲੱਗਦਾ ਹੈ ਪੈਸੇ ਦੀ ਹੇਰ ਫੇਰ ਮਤਲਬ ਪਹਿਲਾਂ ਵੋਟਰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ, ਆਉਣ ਵਾਲੇ ਸਮੇਂ ਦੇ ਵਿੱਚ ਵਿਧਾਇਕ ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਜਾਊਗੀ? ਲੱਗਦਾ ਸ਼ਾਇਦ ਉਸ ਤੋਂ ਵੀ ਡਰ ਕੇ ਕਿਤੇ ਨਾ ਕਿਤੇ ਰਾਜਸਥਾਨ ਦੇ ਵਿੱਚ ਹੋਟਲ ਜਿਹੜੇ ਕਿ ਬੁੱਕ ਕਰਵਾਏ ਗਏ ਆ? ਇਸ ਤਰ੍ਹਾਂ ਦੀਆਂ ਜਿਹੜੀਆਂ ਅਫਵਾਹਾਂ ਚੱਲਦੀਆਂ ਨਾ ਵੀ ਵੋਟਰ ਖਰੀਦੇ ਗਏ ਫਲਾਣੇ, ਉੱਥੋਂ ਹੀ ਫਿਰ ਅੰਦਾਜ਼ੇ ਲੋਕ ਲਾ ਲੈਂਦੇ ਆ ਵੀ ਸ਼ਾਇਦ ਹੁਣ ਐਮਐਲਏ ਵੀ ਖਰੀਦਣਗੇ। ਜਿੱਥੋਂ ਤੱਕ ਸਾਡੀ ਪਾਰਟੀ ਵੱਲ ਉਂਗਲ ਕਰਦੇ ਆ ਕਿ ਰਾਜਸਥਾਨ ਗਏ ਆ, ਸਵਾਲ ਹੀ ਪੈਦਾ ਨਹੀਂ ਹੁੰਦਾ। ਕੋਈ ਵੀ ਕਾਂਗਰਸੀ ਕਿਸੇ ਥਾਂ ਤੇ ਨਾ ਕੋਈ ਖਰੀਦਿਆ ਜਾ ਸਕਦਾ ਨਾ ਖਰੀਦਿਆ ਜਾਊਗਾ। ਉਹਦਾ ਇੱਕ ਬੜੀ ਅੱਛੀ ਐਗਜ਼ਾਮਪਲ ਹੈ ਕਿ ਸਾਨੂੰ ਬਹੁਤ ਸਮਿਆਂ ਦੇ ਵਿੱਚ ਇੱਥੇ ਅੱਤਵਾਦ ਵੀ ਆਇਆ, ਵੱਖਵਾਦ ਵੀ ਆਇਆ, ਜਾਨਾਂ ਲਾਤੀਆਂ, ਲੇਕਿਨ ਉਹਨਾਂ ਨੇ ਆਪਣੇ ਅਸੂਲ ਤੋਂ ਨਹੀਂ ਥੜਕੇ। ਇਸੇ ਤਰ੍ਹਾਂ ਨਾਲ ਬੜੇ ਸਮੇਂ ਦੇ ਵਿੱਚ, ਪਿਛਲੇ ਸਮੇਂ ਦੇ ਵਿੱਚ ਵੀ ਬੀਜੇਪੀ, ਠੀਕ ਹੈ, ਕੁਛ ਲੋਕ ਗਏ ਨੇਗੇ, ਕੁਛ ਲੋਕ ਗਏ ਨੇ ਤੇ ਲੇਕਿਨ ਸਾਡੇ ਸਾਰਿਆਂ ਥਾਵਾਂ ਤੇ ਬੈਠੇ ਆ ਸਾਡੀ ਮੈਜੋਰਟੀ ਕਾਂਗਰਸ। ਜਿੰਨੀ ਕੈਪਟਨ ਨੂੰ ਆਸ ਸੀ ਕਿ ਮੈਂ ਬੀਜੇਪੀ ਨਾਲ ਕੰਪਰੋਮਾਈਜ਼ ਹੋ ਗਿਆ, ਦੇਖਿਓ ਜਾਬਤਾ ਲੱਗੂ ਲੋਕ ਆਉਣਗੇ, ਜਾਂ ਢੀਂਡਸੇ ਕਹਿੰਦੇ ਸੀ ਦੇਖਿਓ ਜਾਬਤਾ ਲੱਗੂ ਵੋਟ ਆਉਣਗੇ, ਕੋਈ ਵੀ ਨਹੀਂ ਗਿਆ। ਲੇਕਿਨ ਬੀਜੇਪੀ ਨਾਲ ਕੁਛ ਲੋਕ ਚਲੇ ਗਏ ਨੇ, ਸਾਰੀਆਂ ਪਾਰਟੀਆਂ 'ਚ ਹੀ ਗਏ ਨੇ ਉਹ, ਤੇ ਕੁਛ ਲੋਕ ਚਲੇ ਗਏ ਨੇ, ਲੇਕਿਨ ਸਾਡੀ ਵੱਡੀ ਮੈਜੋਰਟੀ ਪਾਰਟੀ ਕਾਂਗਰਸ ਜਿਹੜੀ ਹੈਗੀ ਨਾ 'ਚ ਕੋਈ ਐਸਾ ਬੰਦਾ ਨਹੀਂ ਗਿਆ ਕੰਮ ਇੰਟੈਲੀਜੈਂਟ ਟਿਕਟ ਨਹੀਂ ਮਿਲਿਆ ਮਜਬੂਰੀ ਦੇ, ਬਸ ਕੋਈ ਇਹ ਜਿਹਾ ਮੈਨੂੰ ਟਿਕਟ ਨਹੀਂ ਇੱਥੋਂ ਮਿਲਿਆ ਜਾਂ ਉੱਥੋਂ ਇਲੈਕਸ਼ਨ ਲੜ ਲਾਂ, ਇਹ ਨਹੀਂ ਕੋਈ ਜ਼ਰੂਰੀ ਕਿ ਪੈਸੇ ਦੇ ਮਾਰੇ ਗਏ ਨੇ ਉਹ। ਇਸ ਕਰਕੇ ਕਾਂਗਰਸਮੈਨ ਨੂੰ ਪੈਸਾ ਖਰੀਦ ਸਕੇ ਉਹ ਨਹੀਂ ਹੋ ਸਕਦਾ।
ਇੱਕ ਜਦੋਂ ਮੈਂ ਤੁਹਾਨੂੰ ਪੁੱਛਿਆ ਕਿ ਕਿਹੜੀ ਪਾਰਟੀ ਖਰੀਦ ਸਕਦੀ ਹੈ ਜਾਂ ਕਿਹੜੀ ਪਾਰਟੀ ਸਪੈਂਡ ਕਰ ਸਕਦੀ ਹੈ, ਤੁਸੀਂ ਕਿਉਂਕਿ ਅਕਸਰ ਅਸੀਂ ਸਾਰੀ ਸਿਆਸੀ ਪਾਰਟੀਆਂ ਤੇ ਵਾਰ ਕਰਦੇ ਹਾਂ, ਲੇਕਿਨ ਹੁਣ ਤੁਸੀਂ ਜਿਹੜਾ ਕਿ ਇੱਕ ਸੌਫਟ ਕਾਰਨਰ ਆਮ ਆਦਮੀ ਪਾਰਟੀ ਦੇ ਲਈ ਰੱਖਿਆ ਹੈ, ਤਾਂ ਕੀ ਸਮਝੀਏ ਕਿ ਆਉਣ ਵਾਲੇ ਦਿਨਾਂ ਦੇ ਲਈ, ਕਿਉਂਕਿ ਜਿਹੜੇ ਇਲੈਕਸ਼ਨ ਹੈ ਤੁਸੀਂ ਵੀ ਕਿਹਾ ਕਨਫਿਊਜ਼ਡ ਹੈ, ਲੋਕੀ ਇੱਕ ਰਾਏ ਨਹੀਂ ਬਣਾ ਪਾ ਰਹੇ, ਤੇ ਜੇਕਰ ਸੀਟਾਂ ਪੂਰੀ ਨਹੀਂ ਆਉਂਦੀ, ਜੇਕਰ ਜਿਹੜਾ ਮੈਜੀਕਲ ਵਰਡ ਹੈ ਉਸ ਨੂੰ ਨਹੀਂ ਆਪਾਂ ਟੱਚ ਕਰਦੇ, ਤਾਂ ਕਿਹੜੀ ਪਾਰਟੀ ਇਹੋ ਜਿਹੀ ਹੈ ਜਿਹਦੇ ਨਾਲ ਆਪਾਂ ਗੱਠਜੋੜ ਕਰ ਸਕਦੇ ਹਾਂ ਕਿ ਉਹ ਆਮ ਆਦਮੀ ਪਾਰਟੀ ਹੈ? ਦੇਖੋ, ਪਹਿਲੀ ਗੱਲ ਤਾਂ ਇਹ ਗੱਲ ਕਰਨੀ ਬਣਦੀ ਇਸ ਕਰਕੇ ਨਹੀਂ ਹੈ ਕਿ ਮੈਨੂੰ ਪਹਿਲਾਂ ਵੀ ਬੜੇ ਚੈਨਲਾਂ ਨੇ ਪੁੱਛਿਆ, ਲੋਕ ਵੀ ਪੁੱਛਦੇ ਆ, ਮੇਰਾ ਪੂਰਾ ਫੇਥ ਹੈ, ਬੜੀਆਂ ਇਲੈਕਸ਼ਨਾਂ ਦੇਖੀਆਂ ਨੇ, ਅੱਖਾਂ ਥਾਈਆਂ ਨਿਕਲੀਆਂ ਨੇਗੀਆਂ, ਭਾਵੇਂ ਜਿਵੇਂ ਇਹਨਾਂ ਨੇ, ਮੈਂ ਇਕੱਲਾ ਪੈਸਾ ਨਹੀਂ ਕਹਿੰਦੀ ਹਾਂ, ਇਹਨਾਂ ਨੇ ਡੇਰਿਆਂ ਨੂੰ ਵੀ ਆਪਣੀ ਪਾਵਰ ਨੂੰ ਮਿਸਯੂਜ਼ ਕੀਤਾ, ਇਹਨਾਂ ਨੇ ਈਡੀ ਡਿਪਾਰਟਮੈਂਟ ਜਿਹੜਾ ਗਵਰਨਮੈਂਟ ਦਾ ਹੈਗਾ ਉਹਦੀਆਂ ਸਾਹਮਣੇ ਜਿਉਂਦੀਆਂ ਜਾਗਦੀਆਂ ਮਿਸਾਲਾਂ ਨੇ। ਪਹਿਲਾਂ ਇਹਨਾਂ ਨੇ ਜਿਹੜਾ ਦਿਖਾਇਆ ਸੁਖਪਾਲ ਖਹਿਰੇ ਨੂੰ ਟ੍ਰੇਲਰ ਦਿਖਾ ਕੇ ਡਰਾਇਆ ਲੋਕਾਂ ਨੂੰ, ਹਾਲਾਂਕਿ ਉਹਦੇ ਵਿਚਾਰੇ 'ਚੋਂ ਕੁਛ ਨਹੀਂ ਐਸੀ ਗੱਲ ਨਿਕਲੀ ਤੇ ਉਹਨੂੰ ਪਰੇਸ਼ਾਨੀ ਕਰਨੀ ਪਈ। ਇਹਨਾਂ ਨੇ ਈਡੀ ਨੂੰ ਮਿਸਯੂਜ਼ ਕੀਤਾ ਬੀਜੇਪੀ ਨੇ। ਫਿਰ ਆ ਜਾਣ ਬੁੱਝ ਕੇ ਜਦੋਂ ਸਾਡੇ ਚੰਨੀ ਬਣਿਆ ਸਾਡੀ ਆਪਣੇ 6 ਮਹੀਨਿਆਂ ਦੀ ਸਰਕਾਰ ਪਿਛਲੀ ਲਾਓ, ਬਹੁਤ ਉੱਭਰ ਕੇ ਲੋਕਾਂ ਨੂੰ ਕਿ ਆਹ ਹੁੰਦੀ ਹੈ ਸਰਕਾਰ, ਸਾਨੂੰ ਜਿਵੇਂ ਆਪਾਂ ਕਹਿ ਦਈਏ ਮੋਰ ਦੈਨ 80% ਲੋਕਾਂ ਨੂੰ ਸਾਡੇ ਤੇ ਸਿੰਪਥੀ ਤੇ ਹਮਦਰਦੀ ਹੋ ਗਈ ਸੀ। ਉੱਥੋਂ ਹੀ ਬੀਜੇਪੀ ਨੇ ਦੇਖਿਆ ਕਿ ਇਸ ਪੱਤੇ ਨੂੰ ਅਸੀਂ ਕਾਟ ਕਰਨ ਵਾਸਤੇ ਕੀ ਕਰ ਸਕਦੇ ਹਾਂ। ਉੱਥੇ ਜਾਣ ਬੁੱਝ ਕੇ ਅੱਜ ਤੱਕ ਜਿਹਨੂੰ ਉਹ ਅਜੇ ਤੱਕ ਟੌਰਚਰ ਕਰ ਰਹੇ ਨੇ, ਉਹਨਾਂ ਦੇ ਭਰਾ ਨੂੰ ਕੀ ਨਿਕਲਿਆ ਕੀ ਨਹੀਂ ਨਿਕਲਿਆ, ਕੀ ਧਰਿਆ ਗਿਆ ਕੀ ਨਾ ਧਰਾਇਆ ਗਿਆ, ਮੈਨੂੰ ਨਹੀਂ ਇਸ ਗੱਲ ਦਾ ਪਤਾ, ਮੈਂ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦੀ, ਲੇਕਿਨ ਜੋ ਗੱਲਾਂ ਲੱਗਦੀਆਂ ਹੈਗੀਆਂ ਕਿ ਉਹੋ ਜਿਹੇ ਵੇਲੇ ਉਹ ਤਾਂ ਪਹਿਲਾਂ ਵੀ ਸੀ, ਫਿਰ ਜੇ ਇਹ ਕਹਿੰਦੇ ਤਾਂ ਇੱਕ ਦਿਨ 'ਚ ਤਾਂ ਇਹਨਾਂ ਨੇ ਸਾਰਾ ਕੁਝ ਕਰ ਲਿਆ, ਤੇ ਪਹਿਲਾਂ ਕਿਉਂ ਨਾ ਹੋਇਆ, ਹੁਣ ਕਿਉਂ ਹੋਇਆ? ਇਹਦਾ ਮਤਲਬ ਕਿ ਜਾਣ ਕੇ ਇਮੇਜ ਸਾਡਾ ਕਾਂਗਰਸ ਪਾਰਟੀ ਦਾ ਡਾਊਨ ਕਰਨ ਲਈ ਜਾਂ ਸਾਡੇ ਸੀਐਮ ਦੇ ਨਾਂ ਤੇ ਜਿਹੜੀ ਪਪੂਲੈਰਿਟੀ ਮਿਲ ਰਹੀ ਸੀ ਉਹਨੂੰ ਡਾਊਨ ਕਰਨ ਲਈ ਉਹਨਾਂ ਦੇ ਉੱਤੇ ਇਹਨਾਂ ਨੇ ਇੱਕ ਐਸਾ ਹਮਲਾ ਕੀਤਾ ਜਿਹ 'ਚ ਆਪਣੀ ਪਾਵਰ ਨੂੰ ਮਿਸਯੂਜ਼ ਕੀਤਾ ਬੀਜੇਪੀ ਵਾਲਿਆਂ ਨੇ। ਤੇ ਇਹ ਸਾਰੀਆਂ ਸਿਚੁਏਸ਼ਨਾਂ ਦੇ ਵਿੱਚ ਮੈਨੂੰ ਉਦੋਂ ਵੀ ਲੱਗਦਾ ਸੀ, ਮੈਨੂੰ ਅੱਜ ਵੀ ਲੱਗਦਾ ਹੈ, ਜਿੰਨਾ ਮਰਜ਼ੀ ਟੌਰਚਰ ਕਰ ਲੈਣ, ਜਿੰਨਾ ਮਰਜ਼ੀ ਲਾਲਚ ਦੇ ਲੈਣ, ਜੋ ਕਾਂਗਰਸਮੈਨ ਹੈ ਉਹ ਸਾਰੇ ਤਿੰਨੇ ਖਿੱਤਿਆਂ ਵਿੱਚ ਮਾਝਾ, ਮਾਲਵਾ ਤੇ ਦੁਆਬਾ, ਉਹ ਪੂਰਾ ਸਟੇਬਿਲਿਟੀ ਨਾਲ 19-21 ਤਾਂ ਫਰਕ ਕਿਤੇ ਵੀ ਹੁੰਦਾ, ਹਰ ਥਾਂ ਤੇ ਹੋ ਜਾਂਦਾ ਹੈ, ਉਹ ਪੂਰੀ ਤਰ੍ਹਾਂ ਦੇ ਨਾਲ ਕਾਂਗਰਸ ਦੇ ਨਾਲ ਖੜਾ ਹੈ। ਕਿਉਂਕਿ ਕੋਈ ਵੀ ਐਡੇ ਵੱਡੇ ਸਾਡੇ ਤੇ ਉਹਨਾਂ ਨੇ ਨਹੀਂ ਦੇਖੇ, ਜਿਸ ਤਰ੍ਹਾਂ ਬੀਜੇਪੀ ਤਾਂ ਦੇਖ ਕੇ ਰਾਜੀ ਨਹੀਂ ਸੀ ਮੋਦੀ ਨੂੰ, ਫਿਰੋਜ਼ਪੁਰ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ, ਖਾਲੀ ਕੁਰਸੀਆਂ ਵਾਲਾ ਇਕੱਠ ਜਿਹੜਾ ਸੀ। ਇਸੇ ਤਰ੍ਹਾਂ ਉਹਨਾਂ ਦੇ ਨਾਲ ਜਾਣ ਵਾਸਤੇ ਜਿਹੜੇ ਬੰਦੇ ਗਏ ਨੇ ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਗਿਆ, ਚਾਹੇ ਉਹ ਢੀਂਡਸਾ ਗਰੁੱਪ ਗਿਆ, ਚਾਹੇ ਉਹ ਕੈਪਟਨ ਗਿਆ, ਲੋਕੀ ਪੰਜਾਬ ਦੇ ਦੁਸ਼ਮਣ ਨਾਲ ਸਮਝਦੇ ਰਹੇ ਨੇ ਇਹਨਾਂ ਨੂੰ, ਤੇ ਉੱਥੇ ਇਹਨਾਂ ਦੀ ਗੱਲ ਨਹੀਂ ਬਣਦੀ ਲੱਗੀ ਸੀਗੀ, ਪੰਜਾਬ ਦੇ ਲੋਕ ਨਫ਼ਰਤ ਕਰਦੇ ਸੀ। ਉੱਥੇ ਮੈਨੂੰ ਜੋ ਸ਼ੱਕ ਪੈ ਰਹੀ ਹੈ ਜਾਂ ਜੋ ਚਰਚਾ ਸੁਣ ਰਹੇ ਹੈਗੇ, ਦੋ ਚੀਜ਼ਾਂ ਇਹਨਾਂ ਨੇ ਯੂਜ਼ ਕੀਤੀਆਂ। ਇੱਕ ਤਾਂ ਇਹਨਾਂ ਨੇ ਡੇਰਿਆਂ ਨੂੰ ਯੂਜ਼ ਕੀਤਾ, ਤੁਸੀਂ ਅੰਦਾਜ਼ਾ ਲਾਓ ਵੋਟਾਂ ਤੋਂ ਪਹਿਲਾਂ ਪੈਰੋਲ ਮਿਲ ਜਾਣੀ ਤੇ ਵੋਟਾਂ ਖਤਮ ਹੁੰਦਿਆਂ ਸਾਰ ਪੈਰੋਲ ਖਤਮ ਹੋ ਜਾਣੀ। ਇਹ ਕੀ ਇੰਡੀਕੇਟ ਕਰਦਾ ਹੈ? ਇਹ ਪੈਰੋਲ ਜਿਹੜੀ ਹੁੰਦੀ ਹੈ ਨੌਰਮ, ਮੈਨੂੰ ਦੱਸਣ ਕਿ ਕਿਹੜੇ ਨੌਰਮ ਦੇ ਤਹਿਤ ਪੈਰੋਲ ਮਿਲਦੀ ਹੈ, ਇਹ ਵਿਆਖਿਆ ਤਾਂ ਕਰਨ ਨਾ। ਮੈਂ ਜੋ ਜਾਣਦੀ ਹਾਂ, ਕਿਉਂਕਿ ਮੈਂ ਇੱਕ ਫਰੀडम ਫਾਈਟਰ ਪਰਿਵਾਰ 'ਚ ਜਿਨ੍ਹਾਂ ਨੂੰ ਬੜੀ ਵਾਰੀ ਜੇਲ੍ਹਾਂ 'ਚ ਜ਼ਿਆਦਾ ਰਹਿਣਾ ਪਿਆ ਤੇ ਉਹਨਾਂ ਨੂੰ ਪੈਰੋਲਾਂ ਆਫਰ ਹੋਈਆਂ ਨਹੀਂ ਲਈਆਂ, 3 ਥਾਵਾਂ ਤੇ ਹੁੰਦੀਆਂ। ਇੱਕ ਵਾਰ ਪੈਰੋਲ, ਮੇਰੀ ਭੈਣ ਦੀ ਡੈਥ ਹੋ ਗਈ ਸੀ ਹੋਸਟਲ 'ਚ, ਮੇਰੇ ਬਾਬਾ ਜੀ ਬਿਮਾਰ ਪਏ ਜਾ ਨਹੀਂ ਸਕਦੇ ਸੀ, ਉਦੋਂ ਪੈਰੋਲ ਮਨਜ਼ੂਰ ਹੋਈ ਕਿ ਉਹਦਾ ਸੰਸਕਾਰ ਕਰਨਾ, ਮੇਰੇ ਫਾਦਰ ਨੇ ਜਵਾਬ ਦਿੱਤਾ। ਜਾਂ ਤਾਂ ਕੋਈ ਇਹੋ ਜਿਹਾ ਹਾਦਸੇ ਵਾਪਰ ਜਾਂਦੇ ਆ ਪਰਿਵਾਰ 'ਚ, ਉਦੋਂ ਪੈਰੋਲ ਦਿੱਤੀ ਜਾਂਦੀ ਹੈ। ਜਾਂ ਇਸ ਤਰ੍ਹਾਂ ਹੁੰਦਾ ਹੈ ਕਿ ਕੋਈ ਕਿਸੇ ਘਰ 'ਚ ਸਮਾਗਮ, ਸ਼ਾਦੀ, ਬਾਪ ਨੇ ਲੜ ਫਟਾਉਣਾ ਆ ਕੇ, ਉਹ ਸਮਝਿਆ ਜਾਂਦਾ ਕਿ ਇਹ ਜੈਨੂਨ ਕਾਰਨ ਉਹਨੂੰ ਪੈਰੋਲ ਦੇ ਦਿੰਦੇ ਨੇ। ਤੀਜਾ, ਕੋਈ ਬੰਦਾ ਇੰਨਾ ਬਿਮਾਰ ਹੋ ਜਾਵੇ, ਜਿਵੇਂ ਮੇਰੇ ਮਦਰ ਨੂੰ ਦਿੱਤੀ ਗਈ ਸੀ ਇੱਕ ਵਾਰ, ਕਿ ਉਸ ਵਕਤ ਉਹ ਇੰਨਾ ਬਿਮਾਰ ਹੋ ਜਾਵੇ ਕਿ ਹਸਪੀਟਲ ਤੋਂ ਵੀ ਉਹ ਲੱਗਦਾ ਕਿ ਜੇਲ੍ਹ ਦੇ ਵਿੱਚ ਹੈਗਾ, ਜੇਲ੍ਹ ਵਾਲੇ ਨੇ ਹਸਪੀਟਲ ਡਾਕਟਰ ਬੁਲਾਇਆ, ਭੇਜਿਆ, ਤੇ ਉਹ ਫਿਰ ਜੇਲ੍ਹ ਵਾਲੇ ਤੋਂ ਪੈਰੋਲ ਦੇ ਦਿੰਦੇ ਆ ਕਿ ਇਹ ਸਾਡੇ ਜੇਲ੍ਹ ਤੇ ਨਾ ਇਸ ਤਰ੍ਹਾਂ ਗੱਲ ਲੱਗ ਜਾਵੇ। ਅੰਗਰੇਜ਼ਾਂ ਨੇ ਸੋਚਦੇ ਸੀ ਕਿ ਦੂਸ਼ਣ ਲੱਗੂਗਾ ਸਾਡੇ ਤੇ। ਇਹ 3 ਕਾਰਨਾਂ ਦੇ ਵਿੱਚ ਪੈਰੋਲ ਮਿਲਦੀ ਹੈ। ਹੁਣ ਇਹ ਜਿਹੜੇ ਸਰਸਾ ਵਾਲੇ ਬਾਬੇ ਨੂੰ ਪੈਰੋਲ ਤੇ ਲਿਆਉਣਾ ਤੇ ਵੋਟਾਂ ਤੋਂ ਛੱਡਣਾ, ਉਹ ਸਾਫ਼ ਤੌਰ ਤੇ ਮਕਸਦ ਜ਼ਾਹਰ ਆਉਂਦਾ ਹੈ ਕਿ ਉਹਨਾਂ ਨੂੰ ਇਹ ਬਾਹ ਮਰੋੜ ਕੇ ਉਹਨਾਂ ਤੋਂ ਵੋਟਾਂ ਦਾ ਐਲਾਨ ਕਰਵਾਉਣਾ ਚਾਹੁੰਦੇ ਸੀ, ਪ੍ਰੇਮੀਆਂ ਨੂੰ ਮੈਸੇਜ ਦੇਣਾ ਚਾਹੁੰਦੇ ਸੀ। ਉਹ ਪ੍ਰੇਮੀਆਂ ਨੇ ਮੰਨਿਆ ਜਾਂ ਨਾ ਮੰਨਿਆ, ਕਿਉਂਕਿ ਜੋ ਚਰਚਾ ਸੁਣਦੇ ਸੀ ਅਸੀਂ ਪ੍ਰੇਮੀਆਂ ਦੇ ਵਿੱਚੋਂ, ਉੱਥੇ 2 ਤਰ੍ਹਾਂ ਦੀਆਂ ਗੱਲਾਂ ਉੱਭਰ ਕੇ ਆਉਂਦੀਆਂ ਸੀ। ਇੱਕ ਤਾਂ ਉਹ ਸੀ ਕਿ ਕਹਿੰਦੇ ਸੀ ਅਸੀਂ ਭੁੱਲਦੇ ਨਹੀਂ ਹਾਂ, ਸਾਨੂੰ ਇਸੇ ਬੀਜੇਪੀ ਨੇ ਧੋਖੇ ਨਾਲ ਸਾਡੇ ਜਿਹੜੇ ਪਿਤਾ ਜੀ ਨੂੰ ਕਹਿੰਦੇ ਆ ਇਹ, ਉਹਨਾਂ ਨੂੰ ਲੈ ਕੇ ਗਏ ਕਿ ਤੁਹਾਨੂੰ ਦਸਤਖਤ ਕਰਨੇ ਆ, ਛੱਡ ਜਾਾਂਗੇ, ਮੁੜ ਕੇ ਆ ਕੇ ਡੇਰੇ 'ਚੋਂ ਲੈ ਗਏ ਤੇ ਮੁੜ ਕੇ ਗ੍ਰਿਫਤਾਰ ਕਰਕੇ ਉਹ ਇਹਨਾਂ ਨੇ ਉੱਧਰ ਨੂੰ ਆਪਦੇ ਕਾਬੂ ਕਰ ਰੱਖਿਆ। ਜਦੋਂ ਜੀ ਕਰਦਾ ਬਾਹ ਮਰੋੜ ਕੇ ਬਾਹਰ ਲੈ ਆਉਂਦੇ, ਹੁਣ ਪਾਰਲੀਮੈਂਟ ਤੱਕ ਵੀ ਹੁਣ ਲੈ ਕੇ ਫਿਰ ਉਦੋਂ ਕੱਢਣਗੇ ਬਾਹਰ। ਤੇ ਇੱਕ ਤਾਂ ਇਹ ਸਮਝਦੇ। ਦੂਜਾ, ਉੱਥੇ ਉਹਨਾਂ ਦੇ ਵਿੱਚ ਇਹ ਵੀ ਸ਼ੱਕਾਂ ਜ਼ਾਹਰ ਪੈ ਗਈਆਂ ਕਿ ਉਹਨਾਂ ਦਾ ਪੋਲੀਟੀਕਲ ਗਰੁੱਪ ਹੈ, ਉਹ ਕਿਸੇ ਨਾ ਕਿਸੇ ਪਾਰਟੀਆਂ ਦੇ ਨਾਲ ਰਲਿਆ ਮਿਲਿਆ ਹੈ। ਹਾਲਾਂਕਿ ਮੈਂ ਕਦੇ ਵੀ ਇਸ ਤਰ੍ਹਾਂ ਦੇ, ਜਦ ਤੱਕ ਮੇਰੇ ਕੋਲ ਡਾਕੂਮੈਂਟਰੀ ਪ੍ਰੂਫ ਨਹੀਂ, ਮੈਂ ਐਲੀਗੇਸ਼ਨ ਨਹੀਂ ਲਾਉਂਦੀ, ਨਾ ਮੈਂ ਅੱਜ ਲਾ ਰਹੀ ਹਾਂ, ਲੇਕਿਨ ਉਹ ਚਰਚਾ ਉਹਨਾਂ ਵਿੱਚ ਚੱਲਦੀ ਹੈਗੀ ਹੈ ਕਿ ਪੋਲੀਟੀਕਲ ਗਰੁੱਪ ਦੇ ਉੱਤੇ ਵੀ ਡਾਊਟ ਕੀਤਾ ਜਾ ਰਿਹਾ ਹੈ ਉਹਨਾਂ ਦਾ, ਕਿ ਉਹ ਇਹਨਾਂ ਦੇ ਨਾਲ ਕਿਸ ਪਾਸੇ ਆਏ ਨੇ।
ਤੀਜੀ ਚੀਜ਼ ਇਹ ਜਿਹੜੀ ਇਹਨਾਂ ਨੇ ਕੀਤੀ ਡੇਰਿਆਂ ਵਾਲੀ ਕੀਤੀ ਵੋਟ ਮਹਿਸੂਸ ਕਰਨ ਵਾਸਤੇ, ਉਹ ਵੋਟ ਪਈ ਜਾਂ ਨਾ ਪਈ ਜਾਂ ਕਿੰਨੀ ਪਈ ਇਹ ਤਾਂ ਰਿਜ਼ਲਟ ਤੋਂ ਬਾਅਦ ਪਤਾ ਲੱਗੂਗਾ ਕਿ ਮਜਬੂਰੀ 'ਚ ਐਲਾਨ ਕਰਾ ਸਕਦੇ ਨੇ, ਮਜਬੂਰੀ 'ਚ ਕਹਿ ਸਕਦੇ ਨੇ। ਇਹ ਵੀ ਸੁਣਨ 'ਚ ਆਇਆ ਕਿ ਪਹਿਲਾਂ ਤਾਂ ਇਕੱਲੀ ਬੀਜੇਪੀ ਤੇ ਬੀਜੇਪੀ ਦੇ ਮੇਨ ਦੋਏ ਅਲਾਈ ਜਿਹੜੇ ਹੈਗੇ ਨੇ, ਇਹ ਸੰਯੁਕਤ ਵਾਲੇ ਤੇ ਜਿਹੜਾ ਕੈਪਟਨ ਹੈ, ਉਹਨਾਂ ਦੀਆਂ ਪਾਰਟੀਆਂ ਨੂੰ ਨਹੀਂ ਉਹਨਾਂ ਨੇ ਸਪੋਰਟ ਕੀਤਾ ਸੀ। ਉਹਨਾਂ ਦੇ ਇਮੀਡੀਏਟ ਕੋਈ ਮੈਂਬਰ ਖੜੇ ਆ, ਜਿਵੇਂ ਢੀਂਡਸੇ ਦਾ ਆਪਦਾ ਬੇਟਾ ਖੜਾ ਹੈ ਜਾਂ ਕੈਪਟਨ ਆਪ ਖੜਾ ਹੈ, ਉਹ ਦੋ ਤੇ ਪਲੱਸ ਬੀਜੇਪੀ। ਇਹਦਾ ਸੁਣਿਆ ਕਿ ਇਹਨਾਂ ਦੇ ਵਾਸਤੇ ਐਲਾਨ ਕੀਤਾ ਸੀ ਵੋਟਾਂ ਪਾਉਣ ਲਈ, ਬਾਬੇ ਤੋਂ ਕਰਾਇਆ ਸੀ। ਦੂਜੀ ਚੀਜ਼ ਇਹ ਵੀ ਪਤਾ ਲੱਗੀ ਹੈ ਕਿ 17 18 ਤਿੰਨ ਦਿਨ ਅਹਿਮ ਮੀਟਿੰਗ ਬਾਬੇ ਦੇ ਕੋਲ ਜਿਹੜੇ ਸੀਗੇ ਜ਼ਿੰਮੇਵਾਰ ਬੰਦੇ ਛੱਡੇ ਵੀ ਆਪਦੀ ਸਿਕਿਉਰਿਟੀ ਦੇ ਸੀ, ਕਾਹਦੇ ਸੀ, ਕਿਵੇਂ ਸੀ, ਆਮ ਤਾਂ ਮਿਲ ਨਹੀਂ ਦਿੱਤਾ ਕਿਸੇ ਨੂੰ। ਉਹਨਾਂ ਤੋਂ ਤੇ ਜਿਹੜੀ ਗਵਰਨਮੈਂਟ ਆਫ ਇੰਡੀਆ ਦਾ ਕੋਈ ਨੁਮਾਇੰਦਾ ਨਾਲ ਸੀ, ਉਹਨਾਂ ਤੋਂ ਫੋਨ ਕਰਵਾਏ ਗਏ ਕਿ ਜਿੱਥੇ ਕਿਤੇ ਲੱਗਿਆ ਉਹਨਾਂ ਨੂੰ ਕਿ ਬੀਜੇਪੀ ਵਾਲਾ ਜਾਂ ਉਹਨਾਂ ਦੇ ਮੇਨ ਅਲਾਈਜ਼ ਇਹ ਡੇਰੇ ਦੀਆਂ ਵੋਟਾਂ ਨਾਲ ਨਹੀਂ ਜਿੱਤਦੇ, ਉੱਥੇ ਉਹਨਾਂ ਨੇ ਵੋਟਾਂ ਅਕਾਲੀ ਦਲ ਨੂੰ ਪਵਾਤੀਆਂ। ਇਹ ਗੱਲਾਂ ਚਰਚਾ 'ਚ ਨੇ ਆਮ ਤੌਰ ਤੇ, ਕਿੰਨੀਆਂ ਸੱਚੀਆਂ ਝੂਠੀਆਂ ਮੈਨੂੰ ਨਹੀਂ ਪਤਾ ਇਹਨਾਂ ਦਾ। ਸੋ ਇੱਕ ਤਾਂ ਇਹਨਾਂ ਨੇ ਇਹ ਈਡੀ ਨੂੰ ਯੂਜ਼ ਕੀਤਾ, ਇੱਕ ਡੇਰਿਆਂ ਨੂੰ ਮਿਸਯੂਜ਼ ਕੀਤਾ। ਇੱਕ ਜਿਹੜਾ ਮੈਨੂੰ ਹਮੇਸ਼ਾ ਡਾਊਟ ਪਹਿਲਾਂ ਤੋਂ ਹੀ ਪੈਂਦਾ ਹੈ 2014 ਦੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਦੇ ਵਿੱਚ, ਉਦੋਂ ਇਹਨਾਂ ਨੇ ਈਵੀਐਮ ਦਾ ਬਹੁਤ ਬੁਰੀ ਤਰ੍ਹਾਂ ਮਿਸਯੂਜ਼ ਕੀਤਾ ਸੀ। ਕਿਉਂਕਿ ਇਹ ਮੈਂ ਤਾਂ ਇਹਦੇ ਬਾਰੇ ਬੋਲ ਰਹੀ ਹਾਂ ਕਿ ਮੇਰੇ ਆਪਣੇ ਹਲਕੇ 'ਚ ਸਾਡੇ 10-10 ਵੋਟਾਂ ਪਾਈਆਂ, 15-15 ਵੋਟਾਂ ਪਾਈਆਂ, ਤੇ ਉਹ ਬਾਰ-ਬਾਰ ਮੈਨੂੰ ਪਾ ਰਹੇ ਸੀ। ਅਬਜ਼ਰਵਰ ਵੀ ਸਾਹਮਣੇ ਖੜੇ ਸੀ ਸਾਡੇ, ਨਵਾਂ ਗਾਉਂ, ਫਲਾਨਾ ਪਿੰਡ, ਬਾਦਲਗੜ੍ਹ, ਮੇਰੇ ਪਿੰਡ ਰੱਖੇ ਸੀ 10-15, ਉਹ 15 ਪਿੰਡ ਚੈੱਕ ਕਰਾਏ। ਉੱਥੇ ਜਿਹੜੀਆਂ ਵੋਟਾਂ ਪੈਂਦੀਆਂ ਸੀਗੀਆਂ ਉਹ ਮੈਨੂੰ ਪਾਉਂਦੇ ਆ, ਨਿਕਲਦੀ ਸੀ ਪਰਮਿੰਦਰ ਢੀਂਡਸੇ ਨੂੰ। ਤੇ ਜਦੋਂ ਸਾਡੇ ਬੰਦਿਆਂ ਨੇ ਸਾਹਮਣੇ ਦੇਖਿਆ ਇਤਰਾਜ਼, ਤੇ ਉਹਨਾਂ ਨੂੰ ਕਿਹਾ ਕਿ ਇਹ ਮਸ਼ੀਨਾਂ 'ਚ ਨੁਕਸਾ ਬਦਲ ਦਿੰਦੇ ਆ। ਹੁਣ 250 ਦੇ ਵਿੱਚੋਂ ਜੇ ਤੁਹਾਡੇ 15 ਮਸ਼ੀਨਾਂ ਬਦਲਤੀਆਂ ਤਾਂ ਬਾਕੀ ਥਾਵਾਂ ਤੇ ਕੀ ਹੋਇਆ ਹੋਊਗਾ। ਹੁਣ ਤੁਹਾਨੂੰ ਜੇਕਰ, ਕਿਉਂਕਿ ਸੀਟਾਂ ਤੁਸੀਂ ਜਿੱਤਦੇ ਹੋ, ਜੇ ਉਹੀ ਸਵਾਲ ਹੈ ਕਿ ਮੈਜੀਕਲ ਵਰਡ ਤੱਕ ਨੰਬਰ ਤੱਕ ਜੇਕਰ ਨਹੀਂ ਪਹੁੰਚਦੇ ਤਾਂ ਕਿਹੜੀ ਪਾਰਟੀ ਇਹੋ ਜਿਹੀ ਹੈ ਜਿਹਦੇ ਨਾਲ ਤੁਸੀਂ ਗੱਠਜੋੜ ਕਰਨਾ ਚਾਹੋਗੇ? ਦੇਖੋ, ਇਹ ਤਾਂ ਸਿਚੁਏਸ਼ਨ ਵੋਟਾਂ ਤੋਂ ਬਾਅਦ ਪਤਾ ਲੱਗੂਗੀ ਕਿਹੜੀ ਪਾਰਟੀ ਦੀ ਝੋਲੀ 'ਚ ਕਿੰਨੇ ਕੁ ਦਾਣੇ ਨੇ। ਅੱਜ ਕਿਸੇ ਥਾਂ ਤੇ ਕਹਿਣਾ ਕਿ ਅਸੀਂ ਇਹਦੇ ਨਾਲ ਜਾਂਦੇ ਹਾਂ, ਉਹਦੇ ਨਾਲ ਜਾਂਦੇ ਹਾਂ, ਮੇਬੀ ਕਿ ਕਿਉਂਕਿ ਅੱਜ ਤਾਂ ਹਰੇਕ ਬੰਦੇ ਵੀ ਆਰ ਹੋਪਫੁਲ ਕਿ ਸਾਡੀ ਪਾਰਟੀ ਦੀ ਮੈਜੋਰਿਟੀ ਹੋਣੀ, ਸਾਡੀ ਸਰਕਾਰ ਬਣਨੀ ਹੈ। ਆਈਡੀਓਲੋਜੀ ਫਿਰ ਵੀ ਕਿਹੜੀ ਇਹੋ ਜਿਹੀ ਪਾਰਟੀ ਜਿਹਦੇ ਨਾਲ ਮਿਲ ਸਕਦੀ ਹੈ? ਅਸੀਂ ਕਿਹੜੀਆਂ ਪਾਰਟੀਆਂ ਜਿਨ੍ਹਾਂ ਨਾਲ ਅਸੀਂ ਨਹੀਂ ਮਿਲ ਸਕਦੇ, ਮੈਂ ਉਹ ਕਹਿ ਸਕਦੀ ਹਾਂ। ਜਿਵੇਂ ਬੀਜੇਪੀ ਤੇ ਅਕਾਲੀ ਦਲ ਨਾਲ ਸਾਡੀ ਆਈਡੀਓਲੋਜੀ ਨਹੀਂ ਮਿਲਦੀ, ਅਸੀਂ ਕਿਸੇ ਕੀਮਤ ਤੇ ਇਹਨਾਂ ਨਾਲ ਮਿਲ ਸਕਦੇ। ਆਮ ਆਦਮੀ ਪਾਰਟੀ ਰਹਿ ਗਈ, ਉਹਨਾਂ ਦੇ ਨਾਲ ਹੋ ਸਕਦਾ। ਚਲੋ, ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਹੈ, ਇਹਨਾਂ ਦਾ ਸਾਡਾ ਦਿੱਲੀ ਵਿੱਚ ਵੀ ਇੱਕ ਵਾਰ ਹੋਇਆ ਸੀਗਾ, ਇੱਕ ਵਾਰ ਸਪੋਰਟ ਕੀਤੀ ਹੈ। ਮੇਬੀ ਕਿ ਕਿਸੇ ਵਕਤ ਜਿਵੇਂ ਤੁਸੀਂ ਕਹਿੰਦੇ ਹੋ ਕਿ ਸਪੋਜ਼ ਕਰੋ, ਜਿਵੇਂ ਸਪੋਜ਼ ਦੇ ਉੱਤੇ ਗੱਲ ਆਉਂਦੀ ਹੈਗੀ ਹੈ ਕਿ ਜੇ ਇਹੋ ਜਿਹੇ ਕੰਬੀਨੇਸ਼ਨ ਜਿਵੇਂ ਸੋਚਦੇ ਆ ਬੀਜੇਪੀ ਅਕਾਲੀ ਦਲ ਨਾਲ ਕਰਨੇ ਆ, ਤਾਂ ਜੇ ਅਸੀਂ ਫਿਰਕਾ ਪ੍ਰਸਤ ਪਾਰਟੀਆਂ ਦੀ ਸੋਚ ਨੂੰ ਡਾਊਨ ਕਰਨ ਲਈ ਸੈਕੂਲਰ ਸੋਚ ਦੇ ਲੋਕ ਇਕੱਠੇ ਹੁੰਨੇ ਆ, ਅੱਗੇ ਵੀ ਅਸੀਂ ਕਮਿਊਨਿਸਟ ਪਾਰਟੀਆਂ ਨਾਲ ਇਕੱਠੇ ਹੁੰਦੇ ਰਹੇ ਹਾਂ। ਸੈਕੂਲਰ ਸੋਚ ਵਾਲਿਆਂ ਦੇ ਨਾਲ ਕਿਸੇ ਨਾਲ ਵੀ, ਚਾਹੇ ਉਹ ਆਮ ਹੋਵੇ, ਦੂਜੀ ਹੋਵੇ, ਤੀਜੀ ਕੋਈ ਹੋਵੇ, ਸੈਕੂਲਰ ਸੋਚ ਇਕੱਠੀ ਹੋ ਸਕਦੀ ਹੈ ਜੇ ਕਿਸੇ ਵਕਤ ਕੋਈ ਕਮੀ ਪੇਸ਼ੀ ਰਹਿੰਦੀ ਹੈ ਇਹਨਾਂ ਫਿਰਕਾ ਪ੍ਰਸਤ ਪਾਰਟੀਆਂ ਨੂੰ ਥੱਲੇ ਲਿਆਉਣ ਲਈ। ਤੇ ਮਤਲਬ ਗੋਲ ਇਹੀ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਜਾਂ ਅਕਾਲੀ ਦਲ ਇਹ ਨਹੀਂ ਆਣੇ ਚਾਹੀਦੇ, ਇਹੀ ਕਹਿਣਾ ਚਾਹੋਗੇ? ਬਿਲਕੁਲ, ਇੱਕ ਤਾਂ ਅਕਾਲੀ ਦਲ ਤੇ ਬੀਜੇਪੀ ਦੀ ਨਹੀਂ ਸਰਕਾਰ ਹੋਣੀ ਚਾਹੀਦੀ, ਇੱਕ ਹੰਗ ਅਸੈਂਬਲੀ ਨਹੀਂ ਹੋਣੀ ਚਾਹੀਦੀ। ਇਹ ਤਾਂ ਸਰਕਾਰ ਬਣਨੀ ਚਾਹੀਦੀ ਹੈ। ਸਰਕਾਰਾਂ ਦਾ ਪੈਸਾ ਗਰੀਬਾਂ ਦੇ ਕੋਲੋਂ ਹੀ ਟੈਕਸਾਂ 'ਚ ਗਿਆ ਹੁੰਦਾ ਹੈ, ਤੇ ਜਿਹੜੇ ਦਿਆਨਤਦਾਰ ਆ ਜਿਨ੍ਹਾਂ ਨੇ ਤਾਂ ਕਮਾਇਆ ਹੈਗਾ ਬੇਸ਼ੁਮਾਰ ਪੈਸਾ, ਉਹਨਾਂ ਤੋਂ ਕੋਈ ਫਰਕ ਨਹੀਂ ਪੈਂਦਾ। ਜਿਨ੍ਹਾਂ ਨੇ ਆਪਣੀ ਸਾਰੀ ਹੱਡ ਪਸੀਨੇ ਵਸਾਈ ਨੇ ਕਮਾਇਆ, ਉਹਨਾਂ ਨੂੰ ਇਲੈਕਸ਼ਨ ਲੜਨੀਆਂ ਬਹੁਤ ਔਖੀਆਂ ਹੁੰਦੀਆਂ ਬਾਰ-ਬਾਰ। ਇਹ ਦੁਆਰਾ ਅੰਗ ਅਸੈਂਬਲੀ ਨਹੀਂ ਹੋਣੀ ਚਾਹੀਦੀ, ਪਰ ਜ਼ਰੂਰ ਸਰਕਾਰ ਬਣਨੀ ਚਾਹੀਦੀ ਹੈ। ਠੀਕ, ਧੰਨਵਾਦ ਜੀ। ਤੇ ਸਾਫ਼ ਤੌਰ ਤੇ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਲਗਾਤਾਰ ਇੱਕ ਸ਼ਸ਼ੋਪਣ ਦੀ ਸਿਚੁਏਸ਼ਨ ਜਿਹੜੀ ਕਿ ਬਣੀ ਹੋਈ ਹੈ ਕਿ ਕੌਣ ਜਿਹੜਾ ਕਿ ਸਰਕਾਰ ਬਣਾਊਗਾ, ਉਹਦੇ ਵਿੱਚ ਇਹ ਜ਼ਰੂਰ ਕੋਸ਼ਿਸ਼ ਕੀਤੀ ਜਾ ਰਹੀ ਕਿ ਨਾ ਹੰਗ ਅਸੈਂਬਲੀ ਆਏ ਤੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਕੀ ਹੈ ਇਹ ਵੀ ਸਰਕਾਰ ਨਾ ਬਣਾਉਣ। ਲੇਕਿਨ ਜੇਕਰ ਇਹਨਾਂ ਨੂੰ ਹਰਾਉਣ ਦੇ ਲਈ ਕਾਂਗਰਸ ਨੂੰ ਲੋੜ ਪੈਂਦੀ ਹੈ ਤਾਂ ਆਮ ਆਦਮੀ ਪਾਰਟੀ ਜਾਂ ਹੋਰ ਜਿਹੜੀ ਇਹੋ ਜਿਹੇ ਜਥੇਬੰਦੀਆਂ ਹੈ ਉਹਨਾਂ ਦੇ ਨਾਲ ਜ਼ਰੂਰ ਗੱਠਜੋੜ ਕੀਤਾ ਜਾ ਸਕਦਾ ਹੈ। ਕੈਮਰਾਮੈਨ ਅਸ਼ਵਨੀ ਦੇ ਨਾਲ ਅਨਮੋਲ ਗੁਲਾਟੀ, ਜ਼ੀ ਮੀਡੀਆ, ਚੰਡੀਗੜ੍ਹ।